ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੋ ਵਿਚਾਰ ਲੜੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ, ਉਸ ਦੇ ਅੱਗੇ ਤੋਰਦੇ ਹੋਇਆਂ ਅੱਜ ਅਸੀਂ ਇਸ ਦੇ ਜੋ ਪੰਨਾ ਨੰਬਰ 45 ਭਾਗ ਪਹਿਲਾ ਤੋਂ ਵਿਚਾਰ ਸ਼ੁਰੂ ਕਰ ਰਹੇ ਹਾਂ। ਇਸ ਵਿੱਚ ਭਾਈ ਬਾਲਾ ਜਿਹੜਾ ਕਾਲਪਨਿਕ ਇਹਨਾਂ ਨੇ ਇੱਕ ਪਾਤਰ ਘੜਿਆ ਹੈ, ਉਸ ਦੀ ਜੋ ਹੈ ਸ਼ਕਲ ਸੂਰਤ ਬਾਰੇ ਬਿਆਨ ਕਰਦੇ ਨੇ। ਆਓ ਸੁਣੀਏ ਕਿ ਉਹ ਭਾਈ ਬਾਲਾ ਜਿਹੜਾ ਇਹ ਦਾਅਵਾ ਕਰ ਰਿਹਾ ਕਿ ਉਹ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਿਹਾ, ਉਸ ਦਾ ਰਹਿਣ ਸਹਿਣ ਕਿਹੋ ਜਿਹਾ ਸੀ। ਆਓ ਇਸ ਗ੍ਰੰਥ ਵਿੱਚੋਂ ਅਸੀਂ ਪੜ੍ਹਦੇ ਹਾਂ। ਹੱਥ ਵਿੱਚ ਤੂੰਬੀ ਫੜੀ ਹੋਈ ਹੈ, ਲੱਕ ਨਾਲ ਲੰਗੋਟੀ ਬੱਧੀ ਹੈ। ਲਓ ਜੀ, ਆਹ ਕੱਪੜੇ ਪਾਏ ਨੇ, ਹੱਥ ਵਿੱਚ ਤੂੰਬੀ ਫੜੀ ਹੋਈ ਹੈ, ਲੱਕ ਨਾਲ ਲੰਗੋਟੀ ਬੱਧੀ ਹੋਈ ਹੈ, ਜਿਸਮ ਉੱਪਰ ਕੰਬਲੀ ਲਈ ਹੈ ਅਤੇ ਸਿਰ 'ਤੇ ਸਫੈਦ ਟੋਪੀ ਪਾਈ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਚਪਨ ਤੋਂ ਰਹਿਣ ਵਾਲਾ ਬਾਲਾ ਜਿਹੜਾ ਲਿਖਿਆ ਹੋਇਆ ਹੈ, ਨਹੀਂ ਨਕਲੀ ਹੈ ਨਾ, ਤੇ ਉਹ ਹਾਲੇ ਤੱਕ ਉਸ ਨੂੰ ਸਾਫਾ ਜਾਂ ਪੱਗ ਬੰਨਣ ਦਾ ਪਤਾ ਨਹੀਂ। ਉਹ ਸਿਰ 'ਤੇ ਟੋਪੀ ਪਾ ਕੇ ਘੁੰਮਦਾ ਤੇ ਪਤਾ ਨਹੀਂ ਉਹਨ ਵਾਲ ਰੱਖੇ ਵੀ ਸਨ ਕਿ ਨਹੀਂ, ਉਹਦੇ ਬਾਰੇ ਲਿਖਿਆ ਨਹੀਂ, ਪਰ ਦਾੜੀ ਰੱਖੀ ਹੋਈ ਸੀ। ਦਾੜਾ ਚਿੱਟਾ, ਲੰਮਾ ਅਤੇ ਇਕਸਾਰ ਹੈ। ਇਹ ਸ਼ਕਲ ਸੂਰਤ ਭਾਈ ਬਾਲੇ ਦੀ ਇਹਨਾਂ ਨੇ ਘੜੀ ਹੈ। ਹਾਲਾਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਕੂਲੇ ਪੜ੍ਹਨ ਪਾਉਂਦੇ ਨਾ, ਉਦੋਂ ਦੱਸਦੇ ਨੇ ਕਿ 5-6 ਸਾਲ ਦੀ ਉਮਰ ਵਿੱਚ ਉਹਨਾਂ ਨੇ ਪੱਗ ਬੰਨ੍ਹੀ ਹੋਈ ਸੀ, ਔਰ ਭਾਈ ਬਾਲੇ ਨੂੰ ਹਾਲੇ ਤੱਕ ਪੱਗ ਬੰਨ੍ਹਣ ਦੀ ਅਕਲ ਹੀ ਨਹੀਂ ਆਈ, ਜਾਂਚ ਨਹੀਂ ਆਈ। ਸੋ ਅੱਗੇ ਅਸੀਂ ਹੁਣ ਦੇਖਦੇ ਹਾਂ, ਇਹਦੇ ਵਿੱਚ ਕਵੀ ਸੰਤੋਖ ਸਿੰਘ ਰੱਬ ਬਾਰੇ ਵੀ ਦੱਸਦਾ ਹੈ ਕਿ ਰੱਬ ਜੀ ਕੀ ਸੋਚਦੇ ਹਨ। ਮੰਨ ਲਓ ਕਵੀ ਨੂੰ ਇਹ ਵੀ ਪਤਾ ਰੱਬ ਜਿਹੜਾ ਉਹ ਕੀ ਸੋਚਦਾ ਹੈ। ਬੜੀ ਅਜੀਬੋ ਗਰੀਬ ਗੱਲਾਂ। ਕਵੀ ਐਡਾ ਸਿਆਣਾ ਯਾਰ, ਰੱਬ ਨੂੰ ਪੁੱਜਿਆ ਹੋਇਆ। ਰੱਬ ਕੀ ਸੋਚਦਾ ਹੈ? ਜਦੋਂ ਧਰਤੀ ਨੇ ਰੱਬ ਅੱਗੇ ਪੁਕਾਰ ਕੀਤੀ, ਧਰਤੀ ਨੇ ਰੱਬ ਅੱਗੇ ਪੁਕਾਰ ਕੀਤੀ ਤਾਂ ਉਦੋਂ ਕੀ ਗੱਲ ਹੋਈ, ਉਹ ਸਾਰੀ ਗੱਲਬਾਤ ਜਿਹੜੀ ਹੈ ਵਾਹਿਗੁਰੂ ਜੀ ਸੋਚਣ ਲੱਗੇ, ਇਸ ਕਾਰਜ ਵਾਸਤੇ ਮੈਂ ਬਹੁਤ ਪੈਗੰਬਰ ਭੇਜੇ ਹਨ, ਪਰ ਉਹ ਧਰਤੀ ਉੱਤੇ ਜਾ ਕੇ ਆਪਣਾ ਹੀ ਪੰਥ ਚਲਾ ਲੈਂਦੇ ਹਨ। ਉਹ ਇਹ ਭੁੱਲ ਹੀ ਜਾਂਦੇ ਹਨ ਕਿ ਮੈਂ ਉਹਨਾਂ ਨੂੰ ਕਿਸ ਕਾਰਜ ਵਾਸਤੇ ਭੇਜਿਆ ਹੈ। ਸਾਰੇ ਆਪਣਾ ਆਪਣਾ ਮਤ ਚਲਾ ਲੈਂਦੇ ਹਨ। ਜਦੋਂ ਤੁਸੀਂ ਬਚਿੱਤਰ ਨਾਟਕ ਪੜ੍ਹੋਗੇ ਨਾ, ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਣ ਤੋਂ ਪਹਿਲਾਂ ਵੀ ਆਹ ਇਬਾਰਤ ਲਿਖੀ ਹੋਈ ਹੈ ਕਿ ਹੁਣ ਤੱਕ ਮੈਂ ਜਿੰਨੇ ਭੇਜੇ ਸਾਰੇ ਮੇਰੇ ਨਾਮ ਨੂੰ ਜਪਣਾ ਭੁੱਲ ਕੇ ਤੇ ਆਪਣਾ ਹੀ ਪੰਥ ਚਲਾ ਲਿਆ। ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 9 ਗੁਰੂ ਸਾਹਿਬਾਨ ਵੀ ਉਸੇ ਕੈਟਾਗਰੀ ਵਿੱਚ ਆ ਜਾਂਦੇ ਆ, ਕਿਉਂਕਿ ਇਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਇਸ ਸੰਸਾਰ 'ਤੇ ਧਰਮ ਪ੍ਰਚਾਰ ਕਰ ਰਹੇ ਸਨ, ਨਿਰਮਲ ਨਿਰਾਲੇ ਪੰਥ ਦੀ ਅਗਵਾਈ ਕਰ ਰਹੇ ਸਨ। ਪਰ ਉਸ ਵਿੱਚ ਲਿਖੇ ਅਨੁਸਾਰ ਇਹ ਸਾਰੇ ਕਿਸੇ ਕੰਮ ਦੇ ਨਹੀਂ। ਹੁਣ ਤੇ ਹਾਲੇ ਸ਼ੁਰੂਆਤ ਹੋਈ ਨਾ। ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਵੀ ਰੱਬ ਜੀ ਇਹੀ ਕਹਿ ਰਹੇ ਨੇ ਕਿ ਭਾਈ ਮੈਂ ਤਾਂ ਬੜੇ ਬੰਦੇ ਭੇਜੇ, ਪਰ ਉੱਥੇ ਜਾ ਕੇ ਮੈਨੂੰ ਭੁੱਲ ਗਏ, ਜਿਹੜਾ ਕੰਮ ਦਿੱਤਾ ਸੀ ਉਹ ਭੁੱਲ ਗਏ, ਭੁੱਲ ਕੇ ਤਾਂ ਉਹ ਆਪਣਾ ਹੀ ਕੰਮ ਕਰਨ ਲੱਗ ਗਏ। ਤਾਂ ਇਸ ਕਰਕੇ ਹੁਣ ਰੱਬ ਜੀ ਨੇ ਇਹ ਸੋਚਿਆ ਕਿ ਹੁਣ ਮੈਨੂੰ ਆਪ ਹੀ ਜਾਣਾ ਪੈਣਾ ਹੈ। ਆਓ ਅਸੀਂ ਦੇਖਦੇ ਹਾਂ, ਜਦ ਨਾਮ ਕੀਰਤਨ ਦਾ ਪ੍ਰਵਾਹ ਚੱਲ ਪਏਗਾ ਤਾਂ ਤੈਨੂੰ ਵੀ ਆਸਰਾ ਮਿਲ ਜਾਵੇਗਾ। ਇਸ ਲਈ ਮੈਨੂੰ ਹੁਣ ਆਪ ਹੀ ਜੱਗ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਮੇਰੇ ਬਗੈਰ ਹੋਰ ਕੋਈ ਉਪਾਅ ਨਹੀਂ ਹੈ। ਭਾਵ
ਰੱਬ ਆਪ ਧਰਤੀ ਤੇ ਪੈਦਾ ਹੋਣ ਲਈ ਤਿਆਰ ਹੋ ਗਿਆ। ਅੱਗੇ ਅਸੀਂ ਪੜ੍ਹਦੇ ਹਾਂ, ਜਗਤ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਕੁੱਲ ਕਲੰਕ ਰਹਿਤ ਹੈ। ਧਰਤੀ ਨੂੰ ਆਨੰਦ ਦੇਣ ਵਾਲੇ ਚੰਦਰਮਾ ਵਰਗੇ ਗੁਰੂ ਨਾਨਕ ਦੇਵ ਜੀ ਸੁੰਦਰ ਵੇਦੀ ਕੁੱਲ ਵਿੱਚ ਪ੍ਰਗਟ ਹੋਏ। ਏਕ ਓਂਕਾਰ ਵਾਹਿਗੁਰੂ ਜੀ ਆਪ ਸਤਿਗੁਰੂ ਦਾ ਅਨੂਪਮ ਰੂਪ ਧਾਰ ਕੇ ਪ੍ਰਗਟ ਹੋਏ। ਇੱਕ ਗੱਲ ਮੈਂ ਦੱਸ ਦੇਵਾਂ, ਕਵੀ ਸੰਤੋਖ ਸਿੰਘ ਨੇ ਜਦੋਂ ਇਹ ਗ੍ਰੰਥ ਲਿਖਿਆ ਉਦੋਂ ਵਾਹਿਗੁਰੂ ਸ਼ਬਦ ਸਿੱਖ ਸ਼ਬਦ ਕੋਸ਼ ਵਿੱਚ ਆ ਚੁੱਕਾ ਸੀ, ਪਰ ਜਦੋਂ ਦੀਆਂ ਇਹ ਕਵੀ ਸੰਤੋਖ ਸਿੰਘ ਗੱਲਾਂ ਕਰਦਾ ਹੈ ਉਦੋਂ ਤੱਕ ਵਾਹਿਗੁਰੂ ਸ਼ਬਦ ਸਿੱਖ ਸ਼ਬਦ ਕੋਸ਼ ਵਿੱਚ ਨਹੀਂ ਸੀ। ਇਹ ਪਤਾ ਨਹੀਂ ਸਾਨੂੰ ਇਸ ਨੇ ਮੂਰਖ ਬਣਾਉਣ ਦਾ, ਬੁੱਧੂ ਬਣਾਉਣ ਦਾ ਠੇਕਾ ਲਿਆ ਹੋਇਆ, ਤਾਂ ਇਸ ਨੇ ਵਾਹਿਗੁਰੂ ਸ਼ਬਦ ਉਸ ਸਮੇਂ ਹੀ ਸਾਡੇ ਵਿੱਚ ਆਇਆ ਹੋਇਆ ਦੱਸ ਦਿੱਤਾ ਹੈ। ਤੇ ਰੱਬ ਜੀ ਪੈਦਾ ਹੋਣ ਲਈ ਆਪਣੇ ਰਾਜੀ ਹੋ ਗਏ ਔਰ ਉਹ ਗੁਰੂ ਨਾਨਕ ਦੇ ਰੂਪ ਵਿੱਚ ਪੈਦਾ ਹੋਏ। ਹੁਣ ਪੈਦਾ ਕਿਉਂ ਹੋਏ, ਇਹਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਜੀ ਦੀ ਮਾਤਾ ਨੇ, ਗੁਰੂ ਨਾਨਕ ਦੇਵ ਜੀ ਦੀ ਮਾਤਾ ਤ੍ਰਿਪਤਾ ਨੇ ਬਹੁਤ ਵਰਤ ਤਪ ਕੀਤੇ। ਮਤਲਬ ਵਰਤ ਰੱਖਣੇ ਦੇ ਨਾਲ, ਤਪ ਕਰਨ ਨਾਲ ਇੱਦਾਂ ਗੁਰੂ ਨਾਨਕ ਦੇ ਮਹਾਨ ਪੁਰਸ਼ਾਂ ਨੂੰ ਘਰ ਵਿੱਚ ਪੈਦਾ ਕੀਤਾ ਜਾ ਸਕਦਾ ਹੈ। ਭਾਵ ਹੱਠ ਧਰਮ ਕਰਨਾ, ਤਪ ਕਰਨਾ, ਵਰਤ ਰੱਖਣੇ, ਇਹਨਾਂ ਦਾ ਬਹੁਤ ਲਾਹਾ ਹੈ। ਇਸ ਰਸਤੇ, ਇਸ ਤਰੀਕੇ ਨਾਲ ਇਹ ਕਵੀ ਸਾਡੇ ਵਿੱਚ ਵਰਤਾਂ ਦੀ ਤੇ ਤਪਾਂ ਦੀ ਜੋ ਹੈ ਵਡਿਆਈ ਕਰਕੇ ਉਹਨਾਂ ਨੂੰ ਸਾਡੇ ਵਿੱਚ ਦਾਖਲ ਕਰ ਰਿਹਾ ਹੈ। ਅੱਗੇ ਸਾਰਾ ਕੁਝ ਲਿਖਿਆ ਕਿ ਉਹਨਾਂ ਦੇ ਪਿਤਾ ਦਾ ਨਾਂ ਕਾਲੂ ਦਾਸ ਤੇ ਚਾਚੇ ਦਾ ਨਾਂ ਜਿਹੜਾ ਹੈ ਲਾਲੂ ਦਾਸ ਔਰ ਬਾਬੇ ਦਾ ਨਾਮ ਸ਼ਿਵ ਰਾਮ। ਇਹ ਸਾਰਾ ਕੁਝ, ਦਾਦੀ ਦਾ ਨਾਮ ਬਨਾਰਸੀ ਦੇਵੀ, ਇਹ ਲਿਖਿਆ ਹੋਇਆ ਹੈ। ਰਾਏ ਬਲਾਰ ਉੱਥੋਂ ਦਾ ਹਾਕਮ ਹੈ। ਰੱਬ ਜੀ ਨੇ ਮਹਿਤਾ ਕਾਲੂ ਜੀ ਦੇ ਘਰ ਜਨਮ ਲੈਣ ਦਾ ਸੰਕਲਪ ਬਣਾ ਲਿਆ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਸੰਮਤ 1526 ਈਸਵੀ ਸੰਨ 1469 ਨੂੰ ਗੁਰੂ ਜੀ ਦਾ ਜਨਮ ਹੋਇਆ। ਚੰਗੀ ਕੁੱਲ ਦੀਆਂ ਇਸਤਰੀਆਂ ਦਾ ਦਾਈਆਂ ਬਣ ਕੇ ਆਈਆਂ। ਹੁਣ ਇਹ ਸਵਾਲ ਪੈਦਾ ਹੁੰਦਾ ਹੈ, ਇਹ ਸਾਨੂੰ ਚੰਗੀ ਤੇ ਮਾੜੀ ਕੁੱਲ ਦਾ ਇੰਜੈਕਸ਼ਨ ਲਾਉਣ ਲਈ ਇਹ ਕਵੀ ਆਇਆ, ਟੀਕਾ ਲਾਉਣ ਲਈ ਆਇਆ ਕਿ ਚੰਗੀ ਕੁੱਲ ਦੀਆਂ ਇਸਤਰੀਆਂ ਕਿਉਂ? ਇਹਦਾ ਮਤਲਬ ਮਾੜੀ ਕੁੱਲ ਵੀ ਹੁੰਦੀ ਹੈ। ਇਹ ਸਿੱਖੀ ਤਾਂ ਇਸ ਚੀਜ਼ ਨੂੰ ਮੰਨਦੀ ਨਹੀਂ, ਪਰ ਇਹ ਕਿਉਂਕਿ ਸਾਡੇ ਵਿੱਚ ਚੰਗੀ ਤੇ ਮਾੜੀ ਕੁੱਲ ਇਹ ਵਾੜਨੀ ਚਾਹੁੰਦਾ ਤੇ ਇਸ ਕਰਕੇ ਪੰਡਿਤ ਹਰਦਿਆਲ ਇਹਨਾਂ ਦਾ ਪ੍ਰੋਹਤ ਸੀ ਔਰ ਉਸਨੇ ਹੀ ਇਹਨਾਂ ਦਾ ਨਾਮਕਰਨ ਕੀਤਾ। ਦਾਈ ਦਾ ਨਾਂ ਦੌਲਤਾਂ ਲਿਖਿਆ ਹੋਇਆ। ਪੰਡਿਤ ਹਰਦਿਆਲ ਨੇ ਕਿਹਾ ਇਹ ਸ਼ਿਵ ਜੀ ਜਾਂ ਵਿਸ਼ਨੂੰ ਦੇ ਅਵਤਾਰ ਹਨ। ਗੁਰੂ ਨਾਨਕ ਪਾਤਸ਼ਾਹ ਨੂੰ ਸਾਰੇ ਬ੍ਰਾਹਮਣੀ ਕਰਮ ਕਾਂਡ ਕੀਤੇ। ਦਰਵਾਜ਼ੇ ਉੱਤੇ ਧਾਗੇ ਵਿੱਚ ਪੱਤੇ ਪਰੋ ਕੇ ਸਿਹਰਾ ਬਣਾ ਕੇ ਬੰਨ੍ਹਿਆ। ਕਹਿ ਸਕਦੇ ਹਾਂ ਕਿਉਂਕਿ ਉਸ ਵੇਲੇ ਤਾਂ ਹਾਲੇ ਗੁਰੂ ਨਾਨਕ ਪਾਤਸ਼ਾਹ ਦੀ ਚੱਲਦੀ ਨਹੀਂ ਸੀ। ਘਰ ਦੇ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਅਸਲ ਵਿੱਚ ਇੰਨਾ ਕੁਛ ਲਿਖਣ ਦੀ ਕੋਈ ਲੋੜ ਸੀ? ਭਈ ਗੁਰੂ ਨਾਨਕ ਪਾਤਸ਼ਾਹ ਦਾ ਉਹਨਾਂ ਦੇ ਘਰ ਜਨਮ ਹੋਇਆ, ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਸ਼ੁਰੂ ਹੋਇਆ ਉਸ ਦੀ ਲਿਖਣ ਦੀ ਲੋੜ ਸੀ। ਪਰ ਕਿਉਂਕਿ ਇਹ ਲਿਖਾਰੀ ਦੀ ਮਨਸ਼ਾ ਇਹ ਹੈ ਕਿ ਗੁਰੂ ਨਾਨਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਔਰ ਸਾਰੇ ਕਰਮਕਾਂਡ ਹਿੰਦੂ ਧਰਮ ਵਾਲੇ ਕੀਤੇ। ਗੁਰੂ ਨਾਨਕ ਪਾਤਸ਼ਾਹ ਹਿੰਦੂ ਹੀ ਸਨ, ਨਹੀਂ ਤਾਂ ਇਹ ਲਿਖਣ ਦਾ ਕੋਈ ਸਾਨੂੰ ਲੋੜ ਹੀ ਨਹੀਂ ਵੀ ਉਦੋਂ ਕਿਹੜੇ ਪੱਤੇ ਬੰਨੇ ਤਾਂ ਕੀ ਕੀਤਾ। ਫਿਰ ਪਰ ਕਿਉਂਕਿ ਇਹ ਗੱਲਾਂ ਸਾਡੇ ਵਿੱਚ ਪੱਕੀਆਂ ਕਰਨੀਆਂ ਸਨ। 6 ਦਿਨ ਬਾਅਦ ਛਟੀ ਦੀ ਰਸਮ ਕੀਤੀ। ਛਟੀ ਦੀ ਰਸਮ ਕੀ ਹੈ? ਛੱਜ ਵਿੱਚ ਪਾ ਕੇ ਚੌਲਾਂ ਨੂੰ ਛਟਣਾ, ਉਸ ਨੂੰ ਛਟੀ ਦੀ ਰਸਮ। ਤੁਹਾਨੂੰ ਸਾਡੇ ਸਾਰੇ ਹਿੰਦੂ ਧਰਮ ਵਾਲੇ
ਜਿਹੜੇ ਕਰਮ ਕਾਂਡ ਹੈ ਉਹ ਇਸਨੇ ਬੜੇ ਹੀ ਡਿਟੇਲ ਵਿੱਚ ਲਿਖੇ ਨੇ। 13 ਦਿਨਾਂ ਬਾਅਦ ਨਾਮਕਰਨ ਕੀਤਾ, ਨਾਮ ਨਾਨਕ ਰੱਖਿਆ। ਗੁਰੂ ਜੀ ਨੂੰ ਬ੍ਰਹਮਾ, ਵਿਸ਼ਨੂੰ, ਸ਼ਿਵ, ਚੰਦਰਮਾ ਅਤੇ ਸੂਰਜ ਨਾਲ ਤੁਲਨਾਇਆ ਗਿਆ। ਗੁਰੂ ਜੀ ਦੇ ਪੈਰੀਂ ਝਾਂਜਰਾਂ ਪਾਈਆਂ ਗਈਆਂ। 5 ਸਾਲ ਦੀ ਉਮਰ ਵਿੱਚ ਘਰ ਦੀਆਂ ਚੀਜ਼ਾਂ ਬਾਹਰ ਸੁੱਟਣ ਲੱਗ ਗਏ। ਮਤਲਬ ਗੁਰੂ ਜੀ ਨੂੰ ਬਿਲਕੁਲ ਨਟਖਟ, ਸ਼ਰਾਰਤੀ ਅਤੇ ਘਰ ਦੀ ਬਰਬਾਦੀ ਕਰਨ ਵਾਲਾ ਇਸ ਕਵੀ ਨੇ ਦਿਖਾਇਆ। ਅੱਛਾ, ਸਮਾਨ ਬਾਹਰ ਸੁੱਟਣ 'ਤੇ ਮਾਤਾ ਜੀ ਹੱਥ ਵਿੱਚ ਸੋਟੀ ਲੈ ਕੇ ਡਰਾਉਣ ਲੱਗੇ। ਮਤਲਬ ਜਿਵੇਂ ਕ੍ਰਿਸ਼ਨ ਜੀ ਨਾਲ ਯਸ਼ੋਦਾ ਮਾਤਾ ਕਰਦੀ ਸੀ ਨਾ, ਉਵੇਂ ਹੀ ਇੱਥੇ ਸਾਰਾ ਕੁਝ ਉਸ ਤਰ੍ਹਾਂ ਦਾ ਖੇਲ ਬਣਾ ਕੇ ਕਵੀ ਪੇਸ਼ ਕਰ ਰਿਹਾ। ਮਾਤਾ ਜੀ ਸੋਟੀ ਨਾਲ ਡਰਾਉਂਦੀ ਸੀ। ਪੰਡਿਤ ਨੇ ਕਿਹਾ, ਬਾਲਕ ਗੁਰੂ ਨਾਨਕ ਦੇ ਸਕੇ ਸੰਬੰਧੀਆਂ ਨੂੰ ਉਸ ਦੀ ਵਡਿਆਈ ਦਾ ਪਤਾ ਨਹੀਂ ਲੱਗੇਗਾ। ਭਾਵ ਉਹ ਸਾਰੇ ਮੂਰਖ ਨੇ, ਕਿਉਂਕਿ ਕਹਾਣੀ ਇਸ ਤਰ੍ਹਾਂ ਘੜੀ ਗਈ ਵੀ ਸਿਰਫ ਰਾਏ ਬਲਾਰ ਨੂੰ ਪਤਾ ਸੀ ਜਾਂ ਬੇਬੇ ਨਾਨਕੀ ਨੂੰ। ਮਹਿਤਾ ਕਾਲੂ ਨੂੰ ਤਾਂ ਬਹੁਤ ਹੀ ਜਲੀਲ ਕੀਤਾ ਇਹਨਾਂ ਨੇ ਰਲ ਮਿਲ ਕੇ। ਤੇ ਅੱਗੇ ਇਸ ਵਿੱਚ ਗੁਰੂ ਨਾਨਕ ਵਿੱਚ ਰਾਮ ਚੰਦਰ ਵਾਲੇ ਅਤੇ ਵਿਆਸ ਵਾਲੇ ਸਾਰੇ ਗੁਣ ਹੋਣਗੇ। ਮਤਲਬ ਰਾਮ ਚੰਦਰ ਦੇ ਬਾਰੇ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਰਾਮ ਚੰਦਰ ਉਦੋਂ ਰੋਇਆ ਜਦੋਂ ਰੋਇਆ ਰਾਮ ਨਿਕਾਲਾ ਬਹਿਆ, ਸੀਤਾ ਲਕਸ਼ਮਣ ਵਿਛੜ ਗਿਆ। 2 ਵਾਰੀ ਰੋਇਆ। ਇੱਕ ਵਾਰ ਤਾਂ ਜਦੋਂ ਰਾਜ ਭਾਗ ਤੋਂ ਕੱਢ ਦਿੱਤਾ, ਦੂਜਾ ਉਦੋਂ ਜਦੋਂ ਸੀਤਾ ਨੂੰ ਹਰ ਕੇ ਲੈ ਗਿਆ ਅਤੇ ਉਹ ਲਕਸ਼ਮਣ ਨੂੰ ਮੂਰਛਾ ਹੋ ਗਈ, ਉਦੋਂ ਵੀ ਰੋਇਆ। ਤਾਂ ਉਸ ਰਾਮ ਦੇ ਬਰਾਬਰ ਗੁਰੂ ਨਾਨਕ ਪਾਤਸ਼ਾਹ ਨੂੰ ਇੱਥੇ ਦੱਸਿਆ ਜਾ ਰਿਹਾ ਇੱਕਦਮ, ਕਿਉਂਕਿ ਉਹਨਾਂ ਨੂੰ ਰੱਬ ਦਾ ਅਵਤਾਰ ਹੋਣਾ ਦੱਸਿਆ ਹੈ। ਮਾਤਾ ਜੀ ਨੇ ਸੁਪਨਾ ਦੇਖਿਆ ਕਿ ਕਿਵੇਂ ਗੁਰੂ ਜੀ ਸਿੰਘਾਸਨ 'ਤੇ ਬੈਠੇ ਹਨ ਅਤੇ ਦੇਵਤੇ ਪੂਜਾ ਕਰ ਰਹੇ ਹਨ। ਦੇਵੀ ਦੇਵਾ ਮੂਲ ਹੈ ਮਾਇਆ ਨੂੰ ਕਹਿਣ ਵਾਲੀ ਗੁਰਮਤ ਇੱਥੇ ਪੂਰੇ ਗ੍ਰੰਥ ਵਿੱਚ ਦੇਵੀ ਦੇਵਤਿਆਂ ਨੂੰ ਵੀ ਦਾਖਲਾ ਹੈ। ਦੇਵੀ ਦੇਵਤਿਆਂ ਦਾ ਨਿਵਾਸ ਸਥਾਨ ਵੀ ਹੈ, ਕਿੱਥੇ ਰਹਿੰਦੇ ਨੇ, ਉਹ ਆ ਕੇ ਗੁਰੂ ਜੀ ਦੀ ਪੂਜਾ ਵੀ ਕਰਦੇ ਨੇ। ਮਤਲਬ ਭਾਵੇਂ ਕਿ ਉਹਨਾਂ ਨੂੰ ਗੁਰੂ ਦੇ ਅੰਡਰ ਹੀ ਦਿਖਾਇਆ ਗਿਆ, ਗੁਰੂ ਦੇ ਉੱਤੇ ਨਹੀਂ ਦਿਖਾਇਆ ਗਿਆ, ਪਰ ਉਹਨਾਂ ਦੀ ਹੋਂਦ ਦਾ ਅਹਿਸਾਸ ਤੇ ਕਰਵਾ ਦਿੱਤਾ ਗਿਆ। ਇਹ ਸਾਡੇ ਇਹਨਾਂ ਸਾਰੇ ਜਿਹੜੇ ਲਿਖਾਰੀਆਂ ਦੀ, ਕਵੀ ਸੰਤੋਖ ਸਿੰਘ ਵਾਲਿਆਂ ਦੀ ਮਨਸ਼ਾ। ਅੱਗੇ ਇੱਕ ਗੱਲ ਬੜੀ ਖਾਸ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਨੂੰ ਸਕੂਲ ਵਿੱਚ ਪੜ੍ਹਨ ਪਾਇਆ। ਕਹਿੰਦੇ ਜੀ ਪਾਂਧੇ ਨੂੰ ਪੜ੍ਹਾਇਆ, ਮੌਲਵੀ ਕੋ ਭੇਜਿਆ, ਮੌਲਵੀ ਨੂੰ ਪੜ੍ਹਾਇਆ, ਫਾਰਸੀ ਪੜ੍ਹਨ ਭੇਜਿਆ, ਉਸ ਨੂੰ ਪੜ੍ਹਾਇਆ। ਯਾਰ ਮੈਨੂੰ ਇਹ ਕੋਈ ਦੱਸ ਸਕਦਾ? ਅਸੀਂ ਕਹਿੰਦੇ ਤਾਂ ਇਹ ਹੈ ਕਿ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਬਜ਼ੁਰਗਾਂ ਦੀਆਂ ਜਿਹੜੀਆਂ ਸਾਖੀਆਂ ਕਹਾਣੀਆਂ ਸਾਨੂੰ ਪੁੱਤਰਾਂ ਨੂੰ ਚੰਗੇ ਸਪੁੱਤਰ ਬਣਨ ਲਈ ਸਹਿਯੋਗ ਦਿੰਦੀਆਂ ਹਨ। ਇਸ ਕਰਕੇ ਅਸੀਂ ਉਹ ਕਹਾਣੀਆਂ, ਉਹ ਬਾਣੀਆਂ ਪੜ੍ਹਦੇ ਹਾਂ। ਹੁਣ ਮੈਨੂੰ ਕੋਈ ਵੀਰ ਦੱਸ ਸਕਦਾ ਕਿ ਆਹ ਜਿਹੜੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਨਾਲ ਜੋੜੀਆਂ ਗਈਆਂ, ਪਾਂਧੇ ਨੂੰ ਪੜ੍ਹਾਇਆ, ਮੌਲਵੀ ਨੂੰ ਪੜ੍ਹਾਇਆ, ਫਲਾਣੇ ਨੂੰ ਪੜ੍ਹਾਇਆ, ਕਿ ਇਹਨਾਂ ਤੋਂ ਸਾਡੇ ਬੱਚਿਆਂ ਨੂੰ ਕੋਈ ਜੀਵਨ ਵਿੱਚ ਹੁਲਾਰਾ ਮਿਲੇਗਾ? ਇਹ ਸਾਡੇ ਵੀ ਬੱਚੇ ਮੂੰਹ ਫਾੜ ਹੋ ਕੇ ਟੀਚਰ ਦੇ ਅੱਗੇ ਕੁਝ ਬੋਲਣਗੇ, ਕਿਉਂਕਿ ਗੁਰੂ ਨਾਨਕ ਦੇ ਸਿੱਖ ਹਾਂ। ਅਜਿਹਾ ਕੁਝ ਨਹੀਂ ਹੋਇਆ। ਉਹ ਚਤਰ ਬੁੱਧੀ, ਤੇਜ ਬੁੱਧੀ ਦੇ ਮਾਲਕ ਸਨ। ਉਹ ਸਾਰਾ ਕੰਮ ਜਲਦੀ ਸਿੱਖ ਲੈਂਦੇ ਸਨ। ਆਹੇ ਗੁਰੂ ਦੀ ਵਡਿਆਈ ਸੀ। ਉਹਨਾਂ ਪੂਰੀ ਪੜ੍ਹਾਈ ਬੜੇ ਨਿਸ਼ਚਾ ਨਾਲ, ਬੜੇ ਪਿਆਰ ਨਾਲ, ਬੜੀ ਹੀ ਸਮਝ ਨਾਲ ਕੀਤੀ। ਉਸ ਪੜ੍ਹਾਈ ਦੇ ਸਦਕਾ ਹੀ ਗੁਰੂ ਸਾਹਿਬ ਨੂੰ ਬਹੁਤ ਵੱਡੀ ਨੌਕਰੀ ਜੋ ਹੈ ਸੁਲਤਾਨਪੁਰ ਲੋਧੀ ਵਿੱਚ ਮਿਲੀ ਸੀ। ਬਹੁਤ ਵੱਡਾ ਕੰਮ ਸੀ ਜਿੱਥੇ ਉਹ ਨੌਕਰੀ ਕਰਦੇ ਸਨ। ਪਰ ਇਹ ਸਾਡੇ ਲਿਖਾਰੀਆਂ ਨੇ ਗੁਰੂ ਸਾਹਿਬ ਨੂੰ ਐਵੇਂ ਹੀ ਦਿਖਾਇਆ। ਮਤਲਬ ਆਪਣੇ ਚਿੱਤੋਂ ਵਡਿਆਈ ਕਰਕੇ ਗੁਰੂ ਸਾਹਿਬ ਨੂੰ ਮਹਾਨ ਦੱਸਣਾ ਚਾਹੁੰਦੇ ਨੇ, ਪਰ ਉਸ ਵਡਿਆਈ ਵਿੱਚੋਂ ਸਿੱਖੀ ਨੂੰ
ਪ੍ਰਾਪਤ ਜੋ ਹੈ ਸਿਫਰ ਹੈ, ਮਾਈਨਸ ਵਿੱਚ ਜਾਂਦਾ ਹੈ। ਕਿਉਂਕਿ ਜੇ ਸਾਡੇ ਬੱਚੇ ਇਹੋ ਜਿਹਾ ਆਪਣੇ ਟੀਚਰਾਂ ਨਾਲ ਵਿਵਹਾਰ ਕਰਨਗੇ, ਉਹਨਾਂ ਨਾਲ ਇਸ ਤਰ੍ਹਾਂ ਪੇਸ਼ ਆਉਣਗੇ ਕਿ ਵੀ ਮੈਨੂੰ ਸਭ ਆਉਂਦਾ, ਤੈਨੂੰ ਮੈਂ ਦੱਸਦਾ, ਤੈਨੂੰ ਕੁਝ ਪਤਾ ਨਹੀਂ, ਤਾਂ ਸਮਝ ਲਓ ਫਿਰ ਉਹ ਬੱਚੇ ਕੀ ਸਿੱਖਣਗੇ, ਕੀ ਉਹਨਾਂ ਦੀ ਪ੍ਰਾਪਤੀ ਹੋਏਗੀ। ਹੁਣ ਇੱਥੇ ਇਹ ਵੀ ਲਿਖਿਆ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸਕੂਲ ਭੇਜਿਆ ਤਾਂ ਉਦੋਂ ਗੁਰੂ ਜੀ ਨੇ ਸਿਰ 'ਤੇ ਉੱਪਰ ਪਗੜੀ ਬੰਨ੍ਹੀ ਹੋਈ ਸੀ। ਵਾਲੇ ਨੂੰ 68-69 ਸਾਲ ਦੀ ਉਮਰ ਵਿੱਚ ਵੀ ਸਿਰ 'ਤੇ ਟੋਪੀ ਪਵਾਈ ਹੈ। ਇਹੀ ਰਾਈਟਰ ਹੈ, ਇਹੀ ਡਾਇਰੈਕਟਰ ਹੈ, ਇਹੀ ਪ੍ਰੋਡਿਊਸਰ ਹੈ ਜੋ ਕਵੀ ਸੰਤੋਖ ਸਿੰਘ, ਜਿਸ ਨੂੰ ਜਿਹੜਾ ਮਰਜ਼ੀ ਰੋਲ ਦੇ ਦੇਵੇ, ਜਿਹੜਾ ਮਰਜ਼ੀ ਉਸ ਦਾ ਖਿਡੌਣਾ ਬਣਾ ਕੇ, ਉਸ ਦਾ ਸਵਾਂਗ ਬਣਾ ਕੇ ਪੇਸ਼ ਕਰ ਦੇਵੇ। ਵਾਲੇ ਨੂੰ ਬੁਢਾਪੇ ਵਿੱਚ ਵੀ ਸਿਰ 'ਤੇ ਟੋਪੀ ਪਾਈ ਹੋਈ ਦਿਖਾ ਰਿਹਾ, ਜਦ ਕਿ ਇੱਕ ਪਾਸੇ ਕਹਿ ਰਿਹਾ ਵਾਲਾ ਗੁਰੂ ਸਾਹਿਬ ਜੀ ਦਾ ਬਚਪਨ ਦਾ ਸੰਗੀ ਸਾਥੀ ਸੀ। ਹਾਲੇ ਤੱਕ ਉਸ ਨੂੰ ਪਰਨਾ ਜਾਂ ਪੱਗ ਬੰਨ੍ਹਣੀ ਵੀ ਨਹੀਂ ਗੁਰੂ ਸਾਹਿਬ ਨੇ ਦੱਸੀ ਸੀ ਕਿ ਇਹੋ ਜਿਹੇ ਸਿੱਖ ਗੁਰੂ ਨਾਨਕ ਪਾਤਸ਼ਾਹ ਪੈਦਾ ਕਰਕੇ ਗਏ ਸੀ। ਪਰ ਕੀ ਕਰੀਏ, ਕਿਉਂਕਿ ਅਸੀਂ ਦਿਮਾਗ ਨਾਂ ਦੇ ਖਾਨੇ ਨੂੰ ਖਾਲੀ ਰੱਖਿਆ ਹੋਇਆ, ਸੋਚਣਾ ਤਾਂ ਹੈ ਹੀ ਨਹੀਂ, ਤਰਕ ਤਾਂ ਕਰਨੇ ਨੇ। ਜੋ ਸਾਨੂੰ ਪੜ੍ਹ ਕੇ ਸਮਝਾ ਦਿੱਤਾ, ਜੋ ਲਿਖ ਦਿੱਤਾ, ਅਸੀਂ ਮਿੱਟੀ ਦੇ ਮਾਧੋ ਬਣ ਕੇ ਉਸ ਨੂੰ ਅਸੀਂ ਮੰਨ ਲੈਣਾ। ਇਹੀ ਸਾਡੀ ਸਿੱਖੀ ਹੈ। ਗੁਰੂ ਜੀ ਸਾਨੂੰ ਚੰਗੇ ਸਮਾਜਿਕ ਜੀਵ ਬਣਾਉਣ ਆਏ ਸਨ, ਪਰ ਇਹ ਲਿਖਾਰੀ ਤਾਂ ਬੜੇ ਸ਼ਾਤਰ ਤਰੀਕੇ ਨਾਲ ਸਾਨੂੰ ਅਨਪੜ੍ਹ ਅਤੇ ਬੇਵਕੂਫ ਰੱਖਣ ਦੀਆਂ ਵਿਉਂਤਾਂ ਬਣਾ ਰਿਹਾ। ਕਿਉਂਕਿ ਜੇ ਸਾਡੇ ਬੱਚੇ ਜਾ ਕੇ ਸਕੂਲ ਦੇ ਵਿੱਚ ਆਪਣੇ ਟੀਚਰਾਂ ਨੂੰ ਇੱਦਾਂ ਟਾਊਂਟ ਕਰਨਗੇ ਜਾਂ ਉਹਨਾਂ ਸਾਹਮਣੇ ਐਵੇਂ ਪੇਸ਼ ਆਉਣਗੇ, ਤਾਂ ਫਿਰ ਟੀਚਰ ਕਹਿਣਗੇ ਆਪਣੇ ਪੁੱਤਰ ਨੂੰ ਘਰ ਲੈ ਜਾ, ਆਪਣੇ ਬੱਚੇ ਨੂੰ ਘਰ ਲੈ ਜਾ, ਇਹ ਮੇਰੇ ਪੜ੍ਹਾਉਣ ਜੋਗਾ ਨਹੀਂ, ਮੈਂ ਇਸ ਨੂੰ ਨਹੀਂ ਪੜ੍ਹਾ ਸਕਦਾ। ਇਸ ਤੋਂ ਸਾਨੂੰ ਕੋਈ ਵੀ ਸਿੱਖਿਆ ਨਹੀਂ ਮਿਲਦੀ। ਜਿੰਨੀਆਂ ਗੱਪ ਕਹਾਣੀਆਂ ਲਿਖੀਆਂ ਹੋਈਆਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਿ ਪਾਂਧੇ ਨੂੰ ਪੜ੍ਹਾਇਆ ਜਾਂ ਪੰਡਤ ਨੂੰ ਪੜ੍ਹਾਇਆ ਜਾਂ ਮੌਲਵੀ ਨੂੰ ਪੜ੍ਹਾ ਕੇ ਆ ਗਿਆ। ਹਾਂ, ਅੱਗੇ ਕਿਹੜੀ ਗੱਲ ਹੈ, ਇਹ ਮਤਲਬ ਸਾਨੂੰ ਇਹੋ ਜਿਹੀ ਗੱਲ ਦੱਸ ਰਹੇ ਨੇ, ਅਗਲੀ ਦੁਨੀਆ ਦੀ ਗੱਲ। ਅਸਲ ਵਿੱਚ ਸਾਨੂੰ ਇਸ ਦੁਨੀਆ ਵਿੱਚ ਕਿਵੇਂ ਜਿਉਣਾ, ਇਹ ਧਰਮ ਵਾਲੇ ਸਾਨੂੰ ਉਹ ਨਹੀਂ ਦੱਸਦੇ ਕਿ ਅਸੀਂ ਕਿਵੇਂ ਸਲੀਕੇ ਨਾਲ, ਕਿਵੇਂ ਪੜ੍ਹ ਲਿਖ ਕੇ, ਕਿਵੇਂ ਸਮਝ ਨਾਲ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ। ਸਗੋਂ ਇਹ ਦੱਸਦੇ ਆ ਵੀ ਜੇ ਤੁਸੀਂ ਨਾਮ ਨਾ ਜਪਿਆ ਨਾ, ਤਾਂ ਅਗਲੇ ਜਨਮ ਵਿੱਚ ਤੁਹਾਨੂੰ ਆਹ ਕਸ਼ਟ ਹੋਏਗਾ, ਉਹ ਕਸ਼ਟ ਹੋਏਗਾ। ਇਹ ਤੁਸੀਂ ਜ਼ਰਾ ਧਿਆਨ ਨਾਲ ਸੁਣ ਲਓ ਵੀ ਕੀ ਕੁਝ ਲਿਖਿਆ ਹੋਇਆ। ਅਗਲੇ ਜਨਮ ਵਿੱਚ ਬਹੁਤ ਸਾਰੀਆਂ ਤਕਲੀਫਾਂ ਹੋਣਗੀਆਂ। ਮੈਂ ਕਿਹਾ ਕਰਦਾ ਕਿ ਯਾਰ ਅਗਲੇ ਜਨਮ ਤੋਂ ਕੋਈ ਬੰਦਾ ਵਾਪਸ ਆਇਆ? ਕਿਸੇ ਨੇ ਆ ਕੇ ਦੱਸਿਆ ਅਗਲਾ ਜਨਮ ਕੀ ਹੈ, ਅਸਲੀ ਅੱਗੋਂ ਕੀ ਹੈ? ਜੋ ਅੱਜ ਤੋਂ ਬਾਅਦ ਕੁਝ ਵੀ, ਹੁਣ ਤੋਂ ਬਾਅਦ ਕੁਝ ਵੀ ਹੋਣਾ, ਉਹ ਜਿਹੋ ਜਿਹਾ ਹੀ ਬੀਜਣਾ ਉਹੋ ਜਿਹਾ ਵੱਢਣਾ। ਜੇ ਅੱਜ ਅਸੀਂ ਪੜ੍ਹਾਈ ਨਹੀਂ ਕਰਾਂਗੇ, ਮਜ਼ਦੂਰੀ ਕਰਨੀ ਪਊ। ਇਹ ਅਗਲਾ ਅੱਗੇ ਆਉਣ ਵਾਲਾ ਸਮਾਂ ਇਹ ਉਹ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਦਰੁਸਤ ਨਹੀਂ ਕਰਾਂਗੇ, ਅੱਗੇ ਜਾ ਕੇ ਤਕਲੀਫ ਹੋਏਗੀ। ਪਰ ਇੱਥੇ ਅਗਲਾ ਜਨਮ ਦੀਆਂ ਜੋ ਡਰਾਵੇ ਦਿੱਤੇ ਹੋਏ ਨੇ ਕਿ ਉੱਥੇ ਤੁਹਾਨੂੰ ਆਹ ਹੋਏਗਾ, ਉੱਥੇ ਤੁਹਾਡੇ ਨਾਲ ਉਹ ਹੋਏਗਾ, ਤਾਂ ਕਿ ਅਸੀਂ ਇਸ ਜਨਮ ਵਿੱਚ ਇਹਨਾਂ ਪਖੰਡੀ ਲੋਕਾਂ ਦੇ ਸਾਹਮਣੇ ਨਤਮਸਤਕ ਹੁੰਦੇ ਰਹੀਏ, ਇਹਨਾਂ ਪਖੰਡੀ ਲੋਕਾਂ ਦੇ ਅੱਗੇ ਹੀ ਝੁਕਦੇ ਰਹੀਏ, ਇਹਨਾਂ ਅੱਗੇ ਗੁਲਾਮੀ ਕਰੀਏ। ਆਓ ਅਸੀਂ ਜਾਣਦੇ ਹਾਂ ਕਿ ਇਹ ਕੀ ਲਿਖਿਆ। ਫੇਰ ਕੇ ਪਛਤਾਉਂਦੇ ਹਨ, ਹਾਂ ਜਦ ਅਗਲੀ ਦੁਨੀਆ ਵਿੱਚ ਪੁੱਜੋ ਤਦ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਭੁੱਲ ਕੀਤੀ ਹੈ। ਫਿਰ ਹੱਥ ਮਲ ਕੇ ਅਤੇ ਸਿਰ ਫੇਰ ਕੇ ਪਛਤਾਉਂਦੇ ਹਨ। ਭਾਵ ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਅਸਲ ਵਿੱਚ ਨਾਮ ਜਪਣ ਦੀ ਜਿਹੜੀ ਗੱਲ ਹੈ ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਹ ਜਿਹੜਾ ਵਾਹਿਗੁਰੂ ਸ਼ਬਦ ਅਸੀਂ ਨਾਮ ਜਪਦੇ ਹਾਂ, ਇਹ ਸ਼ਬਦ ਦਾ ਨਾਮ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਪਿਆ, ਨਾ ਗੁਰੂ ਅੰਗਦ ਦੇਵ ਜੀ ਨੇ ਪਾਤਸ਼ਾਹ, ਨਾ ਗੁਰੂ ਅਮਰਦਾਸ ਜੀ, ਨਾ ਗੁਰੂ ਰਾਮਦਾਸ ਜੀ ਨੇ, ਨਾ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਉਦੋਂ ਤੱਕ ਇਹ ਸ਼ਬਦ ਸਿੱਖ ਸ਼ਬਦਕੋਸ਼ ਵਿੱਚ ਹੈ ਹੀ ਨਹੀਂ ਸੀ। ਅਸਲ ਵਿੱਚ ਨਾਮ ਜਪਣਾ ਕੀ ਹੈ? ਸੱਚੇ ਗੁਣਾਂ ਦੇ ਗਿਆਨ ਨੂੰ ਪੜ੍ਹਨਾ, ਸਮਝਣਾ ਔਰ ਉਹਨਾਂ ਗੁਣਾਂ ਨੂੰ ਜਿਉਣਾ। ਇਹ ਕਾਦਰ ਹੁਕਮ ਰਜ਼ਾਈ ਚੱਲਣਾ,
ਉਹ ਸਾਰੇ ਨਿਯਮਾਂ ਨੂੰ ਜਾਣ ਕੇ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਸੁਚੱਜਾ ਜੀਵਨ ਜਿਉਣਾ, ਚੰਗੇ ਸਮਾਜ ਦੀ ਸਿਰਜਣਾ ਕਰਨੀ। ਪਰ ਸਾਨੂੰ ਅਗਲਾ ਜਨਮ, ਸਾਨੂੰ ਅੱਗੇ ਤਸੀਹੇ ਮਿਲਣਗੇ, ਉਹਨਾਂ ਦਾ ਡਰ ਦਿੱਤਾ। ਜਿਵੇਂ ਨਰਕ ਦਾ ਡਰ, ਸਵਰਗ ਦਾ ਲਾਲਚ, ਇਹ ਸਾਰਾ ਕੁਝ ਸਾਨੂੰ ਇਹਨਾਂ ਤੋਂ ਸਾਡੇ ਸਤਿਗੁਰੂ ਆਜ਼ਾਦ ਕਰਾ ਕੇ ਗਏ ਸੀ, ਪਰ ਅਸੀਂ ਇਹਦੇ ਵਿੱਚ ਖਚਤ ਹੋ ਕੇ ਰਹਿ ਗਏ। ਤੇ ਅੱਜ ਦੀ ਵਿਚਾਰ ਅਸੀਂ ਇਤਨੀ ਕਰਨੀ ਹੈ। ਗੱਲ ਨੂੰ ਇਹ ਸਮਝਣਾ ਹੈ ਕਿ ਭਾਈ ਜੇਕਰ ਬੱਚੇ ਆਪਣੇ ਟੀਚਰ ਦੇ ਸਾਹਮਣੇ ਬੋਲਣਗੇ, ਬੱਚੇ ਟੀਚਰ ਦੀ ਗੱਲ ਨਹੀਂ ਸੁਣਨਗੇ, ਉਹਨਾਂ ਨੂੰ ਆਪ ਉਸਤਾਦ ਬਣ ਕੇ ਦੱਸਣਗੇ, ਉਹ ਜਾਹਲ ਅਨਪੜ੍ਹ ਰਹਿ ਜਾਣਗੇ। ਇਹ ਜਿਹੜੀਆਂ ਰੀਸਾਂ ਗੁਰੂ ਨਾਨਕ ਦੇ ਨਾਲ ਕਹਾਣੀਆਂ ਜਿਹੜੀਆਂ ਜੋੜ ਦਿੱਤੀਆਂ, ਉਹ ਕੁਝ ਪੜ੍ਹਾ ਕੇ ਨਹੀਂ ਆਏ ਸਨ, ਸਗੋਂ ਚਤੁਰ ਬੁੱਧੀ ਦੇ ਮਾਲਕ ਸਨ। ਉਹ ਜਲਦੀ ਸਿੱਖ ਜਾਂਦੇ ਸਨ। ਇਸ ਕਰਕੇ ਉਹਨਾਂ ਦੇ ਸਾਰੇ ਉਸਤਾਦ ਟੀਚਰ ਸ਼ਾਬਾਸ਼ ਦਿੰਦੇ ਸਨ। ਇਹ ਨਹੀਂ ਕਹਿੰਦੇ ਸਨ ਇਹਨੂੰ ਘਰ ਲੈ ਜਾਓ, ਇਹ ਪੜ੍ਹਿਆ ਪਹਿਲਾਂ ਹੀ, ਇਹ ਕਹਾਣੀਆਂ ਫੋਕੀਆਂ ਨੇ, ਇਹ ਬੇਸਲੈਸ ਕਹਾਣੀਆਂ ਨੇ। ਸੋ ਹਮੇਸ਼ਾ ਦੀ ਤਰ੍ਹਾਂ ਜੋ ਮੈਂ ਬੇਨਤੀ ਕਰਿਆ ਕਰਦਾ ਕਿ ਜੇਕਰ ਇਹ ਖੋਜ ਵਿਚਾਰ ਚੰਗੀ ਲੱਗੇ ਤਾਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਸਾਂਝਾ ਕਰੋ ਔਰ ਇਸ ਨੂੰ ਪਸੰਦ ਕਰੋ, ਅਤੇ ਨਾਲੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਜਦੋਂ ਮੈਂ ਵੀਡੀਓ ਬਣਾਵਾਂ ਤੁਹਾਡੇ ਕੋਲ ਪਹੁੰਚ ਜਾਵੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।